ਸਿਰੜ ਨਿਸ਼ਾਨੇ YouTube ਚੈਨਲ ਵੇਖ ਰਹੇ ਦਰਸ਼ਕੋ, ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਛੇਵੇਂ ਪਾਤਸ਼ਾਹ ਮਹਾਬਲੀ ਯੋਧੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ 4 ਜੰਗਾਂ ਯੁੱਧਾਂ ਦਾ ਵਰਣਨ ਇਸ ਚੈਨਲ ਤੋਂ ਸੁਣਿਆ। ਆਪ ਜੀ ਨੇ ਭਰਵਾਂ ਹੁੰਗਾਰਾ ਦਿੱਤਾ। ਆਪ ਜੀਆਂ ਦਾ ਹਾਰਦਿਕ ਧੰਨਵਾਦ। ਗੁਰੂ ਸਾਹਿਬ ਜੀ ਦੀ 5ਵੀਂ ਅਤੇ ਆਖਰੀ ਲੜਾਈ ਦਾ ਵਿਵਰਣ ਕਰਨ ਤੋਂ ਪਹਿਲਾਂ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੇਵੇਂ ਪਾਤਸ਼ਾਹ ਜੀ ਦੀ 5ਵੀਂ ਲੜਾਈ, ਜੋ ਇਤਿਹਾਸਕਾਰਾਂ ਮੁਤਾਬਕ ਬੜੀ ਛੋਟੀ ਲੜਾਈ ਸੀ, ਇਹ ਸੰਨ 1635 ਵਿੱਚ ਹੁੰਦੀ ਹੈ ਅਤੇ ਇਸ ਦਾ ਮੈਦਾਨ ਰਹਿੰਦਾ ਹੈ ਪੁਆਂਧ ਦਾ ਇਲਾਕਾ, ਜੋ ਜ਼ਿਲ੍ਹਾ ਰੋਪੜ 'ਚ ਪੈਂਦਾ ਹੈ। ਉਸ ਦਾ ਪਿੰਡ ਪਡਿਆਲਾ। ਪਡਿਆਲਾ ਪਿੰਡ ਖਰੜ ਤੋਂ ਕੀਰਤਪੁਰ ਸਾਹਿਬ ਦੇ ਰਾਹ ਵਿੱਚ ਪੈਂਦਾ ਹੈ। ਗੁਰੂ ਸਾਹਿਬ ਕੁਰੂਕਸ਼ੇਤਰ ਵਿਖੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ। ਜਦੋਂ ਉਹਨਾਂ ਨੂੰ ਖਬਰ ਮਿਲਦੀ ਹੈ ਕਿ ਬ੍ਰਾਹਮਣ ਮਾਜਰਾ ਪਿੰਡ ਦੇ ਇੱਕ ਬ੍ਰਾਹਮਣ ਦੀ ਡੋਲੀ ਜੋ ਵਿਆਹ ਕੇ ਲੈ ਕੇ ਆ ਰਿਹਾ ਸੀ, ਉਹ ਪਠਾਣਾਂ ਨੇ ਖੋਹ ਲਈ ਹੈ। ਉਹ ਗੁਰੂ ਸਾਹਿਬ ਦਾ ਫਰਿਆਦੀ ਹੁੰਦਾ ਹੈ ਤਾਂ ਗੁਰੂ ਸਾਹਿਬ ਉਸ ਦੀ ਬੇਨਤੀ ਸੁਣ ਕੇ ਕੁਰੂਕਸ਼ੇਤਰ ਤੋਂ ਕੀਰਤਪੁਰ ਵੱਲ ਨੂੰ ਚੱਲ ਪੈਂਦੇ ਹਨ। ਮੁਗਲ ਹਾਕਮਾਂ ਦੇ ਅਹਿਲਕਾਰ ਸੱਤਾ ਦੇ ਨਸ਼ੇ 'ਚ ਚੂਰ ਲੋਕਾਂ ਦੀਆਂ ਡੋਲੀਆਂ ਖੋਹਦੇ ਹਨ, ਲੁੱਟਾਂ ਮਾਰਾਂ ਕਰਦੇ ਹਨ, ਬਦਫੈਲੀਆਂ ਕਰਦੇ ਹਨ ਅਤੇ ਉਹਨਾਂ ਦਾ ਦਿਲ ਇੰਨਾ ਵੱਧ ਗਿਆ ਹੈ ਕਿ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਡੋਲੀ ਛਡਾਉਣ ਲਈ ਆ ਰਹੇ ਹਨ ਤਾਂ ਉਹ ਗੁਰੂ ਸਾਹਿਬ 'ਤੇ ਹਮਲੇ ਦੀ ਵਿਉਂਤ ਕਰਦੇ ਹਨ, ਜਿਸ ਦੀ ਕਨਸੋਹ ਇਲਾਕੇ 'ਚ ਰਹਿੰਦੇ ਕੋਈ ਸਿੱਖਾਂ ਦੇ ਕੰਨੀ ਪੈ ਜਾਂਦੀ ਹੈ। ਉਹ ਸਿੱਖ ਗੁਰੂ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਹੀ ਯੋਜਨਾ ਕਰਕੇ ਪਠਾਣਾਂ 'ਤੇ ਹਮਲਾ ਕਰ ਦਿੰਦੇ ਹਨ। ਉਹਨਾਂ ਨੇ ਪੁਆਂਧ ਇਲਾਕੇ ਦੇ ਪਿੰਡ ਪਡਿਆਲਾ ਵਿਖੇ ਪਠਾਣਾਂ ਅਤੇ ਮੁਗਲਾਂ ਨੂੰ ਘੇਰ ਲਿਆ। ਪਠਾਣਾਂ ਕੋਲ ਵੀ ਉਸ ਵੇਲੇ ਬੜੀ ਸੀਮਿਤ ਫੌਜ ਸੀ ਅਤੇ ਸਿੰਘ ਵੀ ਗਿਣਤੀ ਦੇ ਵਿੱਚ 25 ਕੁ ਸਨ। ਘਮਸਾਨ ਯੁੱਧ ਹੁੰਦਾ ਹੈ, ਬਹੁਤ ਸਾਰੇ ਪਠਾਣ ਮਾਰੇ ਜਾਂਦੇ ਨੇ, ਬਾਕੀ ਭੱਜ ਜਾਂਦੇ ਨੇ ਅਤੇ ਬ੍ਰਾਹਮਣ ਦੀ ਘਰਵਾਲੀ ਦਾ ਡੋਲਾ ਵਾਪਸ ਲੈ ਕੇ ਸਿੰਘ ਉਸ ਨੂੰ ਬ੍ਰਾਹਮਣ ਮਾਜਰਾ ਪਹੁੰਚਾਉਂਦੇ ਨੇ। ਕੁਝ ਸਮੇਂ ਬਾਅਦ ਗੁਰੂ ਸਾਹਿਬ ਵੀ ਉੱਥੇ ਪਹੁੰਚ ਜਾਂਦੇ ਨੇ ਅਤੇ ਉਹ ਯੁੱਧ ਦਾ ਨਜ਼ਾਰਾ ਦੇਖ ਕੇ, ਮਾਹੌਲ ਦੇਖ ਕੇ, ਸਿੱਖਾਂ ਦੀਆਂ ਸ਼ਹਾਦਤਾਂ ਵੇਖ ਕੇ ਉਹਨਾਂ ਨੂੰ ਅਸੀਸਾਂ ਦਿੰਦੇ ਹਨ। ਉਹਨਾਂ ਸ਼ਹੀਦ ਸਿੰਘਾਂ ਦੇ ਸੰਸਕਾਰ ਆਪਣੇ ਹੱਥੀਂ ਕਰਦੇ ਹਨ। ਇਸ ਜੰਗ ਦੀ ਯਾਦਗਾਰ ਵਜੋਂ ਪਡਿਆਲਾ ਪਿੰਡ ਦੇ ਵਿੱਚ ਗੁਰਦੁਆਰਾ ਝੰਡਾ ਸਾਹਿਬ ਸੁਸ਼ੋਭਿਤ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਪਿੰਡ ਬ੍ਰਾਹਮਣ ਮਾਜਰਾ ਵੱਲ ਚਲੇ ਜਾਂਦੇ ਹਨ, ਜਿੱਥੇ ਉਸ ਨਾਮ ਵਿਆਹੀ ਔਰਤ ਦਾ ਡੋਲਾ ਬ੍ਰਾਹਮਣ ਦੇ ਘਰ ਪਹੁੰਚਾਇਆ ਗਿਆ ਸੀ। ਉਸ ਨੂੰ ਜਾ ਕੇ ਹੌਸਲਾ ਦਿੰਦੇ ਹਨ, ਅਸੀਸਾਂ ਦਿੰਦੇ ਹਨ। ਇਸ ਛੋਟੀ ਪਰ ਭਰਵੀਂ ਲੜਾਈ ਵਿੱਚ ਪਠਾਣਾਂ ਦੀ ਫੌਜ ਦਾ ਆਗੂ ਸੀ ਅਹਿਮਦ ਖਾਂ। ਅਹਿਮਦ ਖਾਂ ਵੀ ਉਹਦੇ 'ਚ ਮਾਰਿਆ ਜਾਂਦਾ ਹੈ। ਇਹ ਜੰਗ ਗੁਰੂ ਸਾਹਿਬ ਦੀ 5ਵੀਂ ਅਤੇ ਆਖਰੀ ਜੰਗ ਸੀ। ਸਾਧ ਸੰਗਤ ਜੀ, ਆਪ ਜੀ ਨੇ ਸੁਣਿਆ ਹੋਵੇਗਾ, ਵੇਖਿਆ ਹੋਵੇਗਾ, ਨਿਰਖ ਕੀਤਾ ਹੋਵੇਗਾ ਕਿ ਗੁਰੂ ਸਾਹਿਬ ਜੀ ਦੀਆਂ ਜੰਗਾਂ ਵਿੱਚ ਬਹੁਤ ਸਾਰੀਆਂ ਖਾਸ ਵਿਸ਼ੇਸ਼ਤਾਵਾਂ ਸਨ, ਜਿਹੜੀਆਂ ਕਿ ਆਮ ਲੜਾਈਆਂ ਵਿੱਚ ਨਹੀਂ ਹੁੰਦੀਆਂ। ਇੱਕ ਤਾਂ ਇਹ ਕਿ ਗੁਰੂ ਸਾਹਿਬ ਦੀ ਫੌਜ ਦੀ ਗਿਣਤੀ ਮੁਗਲਾਂ ਦੇ ਮੁਕਾਬਲੇ ਬਹੁਤ ਘੱਟ ਸੀ, ਜੋ ਲਗਭਗ 10ਵਾਂ ਹਿੱਸਾ ਹੀ ਹੁੰਦੀ ਸੀ। 10 ਮੁਗਲ ਫੌਜੀਆਂ ਦਾ ਮੁਕਾਬਲਾ ਕਰਨ ਲਈ ਇੱਕ ਸਿੱਖ ਹੀ ਹੁੰਦਾ ਸੀ। ਫਿਰ ਵੀ ਉਹ ਜੰਗਾਂ ਜਿੱਤਦੇ ਨੇ। ਕਿਉਂ? ਕਿ ਗੁਰੂ ਸਾਹਿਬ ਦੀਆਂ ਫੌਜਾਂ ਧਰਮ ਵਾਸਤੇ ਲੜਦੀਆਂ ਸੀ, ਗੁਰੂ ਵਾਸਤੇ ਲੜਦੀਆਂ ਸੀ। ਗੁਰੂ ਸਾਹਿਬ ਜੀ ਨੂੰ ਦਿੱਤੀ ਸਿੱਖਿਆ ਅਤੇ ਸਿਖਲਾਈ 'ਤੇ ਨਿਪੁੰਨ ਸਨ। ਮੁਗਲ ਫੌਜੀ ਤਨਖਾਹਾਂ ਵਾਸਤੇ ਲੜਦੇ ਸੀ, ਲੁੱਟਾਂ ਖੋਹਾਂ ਲਈ ਲੜਦੇ ਸੀ। ਗੁਰੂ ਫੌਜਾਂ 'ਚ ਹੰਕਾਰ ਨਹੀਂ ਸੀ ਹੁੰਦਾ, ਬੇਈਮਾਨੀ ਨਹੀਂ ਸੀ ਹੁੰਦੀ, ਲੁੱਟ ਘੁੱਟ ਦੀ ਕੋਈ ਥਾਂ ਨਹੀਂ ਸੀ ਹੁੰਦੀ। ਗੁਰੂ ਸਾਹਿਬ ਜੀ ਦੇ ਹੁਕਮ ਸੀ ਭੱਜੇ ਜਾਂਦੇ 'ਤੇ ਵਾਰ ਨਹੀਂ ਕਰਨਾ, ਨਿਹੱਥੇ 'ਤੇ ਵਾਰ ਨਹੀਂ ਕਰਨਾ, ਵੰਗਾਰ ਕੇ ਵਾਰ ਕਰਨਾ ਹੈ। ਗੁਰੂ ਸਾਹਿਬ ਖੁਦ ਆਪ
ਵਿਰੋਧੀ ਨੂੰ ਪਹਿਲਾ ਮੌਕਾ ਦਿੰਦੇ ਸਨ ਕਿ ਵਾਰ ਕਰ ਲਾ, ਤੇਰੇ ਮਨ 'ਚ ਕੋਈ ਖੱਛਾ ਨਾ ਰਹਿ ਜਾਵੇ। ਦੂਸਰੀ ਗੱਲ, ਗੁਰੂ ਸਾਹਿਬ ਜੀ ਦੀਆਂ ਇਹਨਾਂ ਲੜਾਈਆਂ ਦਾ ਮੁੱਦਾ ਕੋਈ ਰਾਜ ਸੱਤਾ ਨਹੀਂ ਸੀ, ਲੇਕਿਨ ਵਿਰੋਧੀਆਂ ਵੱਲੋਂ ਚਾੜੀ ਗਈ ਭਾਜੀ ਨੂੰ ਮੋੜਨ ਦਾ ਮੁੱਦਾ ਸੀ, ਆਪਣੇ ਅਣਖ ਦਾ ਮੁੱਦਾ ਸੀ, ਆਪਣੇ ਸਵੈਮਾਨ ਦਾ ਮੁੱਦਾ ਸੀ, ਗੈਰਤ ਦਾ ਮੁੱਦਾ ਸੀ। ਜਿਹੜੀ ਸਿੱਖਾਂ ਦੇ ਵਿੱਚ ਗੁਲਾਮੀ ਦੀ ਫਿਤਰਤ ਬਣੀ ਸੀ, ਨਾ ਲੜਨ ਦੀ ਫਿਤਰਤ ਬਣੀ ਸੀ, ਉਸ ਨੂੰ ਉਜਾਗਰ ਕਰਨ ਦਾ ਮੁੱਦਾ ਸੀ। ਗੁਰੂ ਸਾਹਿਬ ਦੀ ਫੌਜ ਕੋਲ ਵਧੀਆ ਸ਼ਸਤਰ ਵੀ ਹੁੰਦੇ ਸਨ, ਵਧੀਆ ਘੋੜੇ ਵੀ ਹੁੰਦੇ ਸਨ, ਤੇ ਨਿਪੁੰਨ ਜਰਨੈਲ ਵੀ ਹੁੰਦੇ ਸਨ। ਇਹਨਾਂ ਜੰਗਾਂ ਨੇ ਉਸ ਸਮੇਂ ਸਿੱਖਾਂ ਦਾ ਜੀਵਨ ਜੋ ਜਿਸ ਤਰੀਕੇ ਨਾਲ ਚੱਲ ਰਿਹਾ ਸੀ, ਉਹ 'ਚ ਅਹਿਮ ਤਬਦੀਲੀ ਲਿਆਂਦੀ, ਜਿਸ ਨਾਲ ਸਿੱਖ ਧਾਰਮਿਕ ਹੋਣ ਦੇ ਨਾਲ ਨਾਲ ਜੰਗਜੂ ਵੀ ਬਣ ਗਏ, ਚੰਗੇ ਸੈਨਿਕ ਬਣ ਗਏ, ਚੰਗੇ ਕਿਰਦਾਰ ਵਾਲੇ ਬਣ ਗਏ, ਜਿਨ੍ਹਾਂ ਨੇ ਅਚਰਨ ਪੱਲੇ ਬੰਨ੍ਹ ਕੇ ਵੀਰਤਾ ਨਾਲ ਧਰਮ ਦੀ ਰੱਖਿਆ ਕੀਤੀ, ਕਮਜ਼ੋਰਾਂ ਦੀ ਰੱਖਿਆ ਕੀਤੀ, ਬੇਸਹਾਰਿਆਂ ਦੀ ਰੱਖਿਆ ਕੀਤੀ। ਇਹਨਾਂ ਜੰਗਾਂ ਯੁੱਧਾਂ ਦੇ ਸਮੇਂ ਤੋਂ ਬਾਅਦ ਸੰਨ 1635 ਤੋਂ ਲੈ ਕੇ 1645 ਤੱਕ ਕਰੀਬ 11 ਸਾਲ ਦਾ ਸਮਾਂ ਗੁਰੂ ਸਾਹਿਬ ਕਹਿਲੂਰ ਦੇ ਰਾਜੇ ਕਲਿਆਣ ਚੰਦ ਦੀ ਬੇਨਤੀ ਤੇ ਉਸ ਵੱਲੋਂ ਭੇਟਾ ਕੀਤੀ ਗਈ ਜ਼ਮੀਨ ਤੇ ਕੀਰਤਪੁਰ ਸਾਹਿਬ ਦਾ ਨਗਰ ਵਸਾਉਂਦੇ ਨੇ, ਉੱਥੇ ਹੀ ਟਿਕਾਣਾ ਕਰਦੇ ਨੇ ਤੇ ਉੱਥੇ ਬੈਠ ਕੇ ਧਰਮ ਪ੍ਰਚਾਰ ਦਾ ਕਾਰਜ ਕਰਦੇ ਨੇ। ਧਰਮ ਪ੍ਰਚਾਰ ਦੇ ਕਾਰਜ ਲਈ ਬਾਬਾ ਗੁਰਦਿੱਤਾ ਜੀ, ਬਾਬਾ ਫੂਲ ਜੀ, ਬਾਬਾ ਅਲਮਸਤ ਜੀ, ਬਾਬਾ ਗੌਂਡ ਜੀ ਤੇ ਬਾਲੂ ਹਸਨ ਆਦਿ ਪ੍ਰਚਾਰਕਾਂ ਰਾਹੀਂ ਸਿੱਖੀ ਦਾ ਪ੍ਰਚਾਰ ਕਰਦੇ ਹਨ, ਜਿਸ ਦੇ ਫਲਸਰੂਪ ਕੁੱਲੂ, ਮੰਡੀ, ਸਕੇਤ, ਹਰੀਪੁਰ, ਕਾਂਗੜਾ, ਚੰਬਾ, ਪੀਲੀਭੀਤ ਦੇ ਸ਼ਾਸਕਾਂ ਨੇ ਵੀ ਸਿੱਖ ਧਰਮ ਅਪਣਾ ਲਿਆ ਤੇ ਉਹ ਸਿੱਖ ਧਰਮ ਦੀਆਂ ਰਹੁ ਰੀਤਾਂ ਅਨੁਸਾਰ ਆਚਰਨ ਵਾਲੇ ਇਨਸਾਨ ਪੈਦਾ ਕਰਕੇ ਉਸ ਇਲਾਕੇ ਨੂੰ ਖੁਸ਼ਹਾਲ ਕਰਦੇ ਰਹੇ। ਸੋ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੇ ਕਾਲ 'ਚ ਹੋਈਆਂ 5 ਜੰਗ ਯੁੱਧਾਂ ਦਾ ਵਿਵਰਣ ਆਪ ਜੀ ਨੇ ਸੁਣਿਆ। ਇੱਕ ਵਾਰ ਫਿਰ ਆਪ ਜੀ ਦੇ ਯਾਦ ਨੂੰ ਚੇਤੇ ਕਰਾਉਂਦਿਆਂ ਦੁਹਰਾਉਂਦਿਆਂ ਉਹਨਾਂ 5 ਜੰਗਾਂ ਯੁੱਧਾਂ ਦਾ ਵਿਵਰਣ ਆਪ ਜੀ ਨਾਲ ਸਾਂਝਾ ਕਰਕੇ ਫਤਿਹ ਬੁਲਾਵਾਂਗੇ। ਪਹਿਲੀ ਜੰਗ ਅੰਮ੍ਰਿਤਸਰ ਵਿੱਚ ਹੋਈ ਸੰਨ 1628 'ਚ। ਦੂਸਰੀ ਜੰਗ ਸ਼੍ਰੀ ਹਰਗੋਬਿੰਦਪੁਰ ਸਾਹਿਬ ਹੋਈ 1629 'ਚ। ਤੀਸਰੀ ਜੰਗ ਗੁਰੂਸਰ ਬਠਿੰਡਾ ਵਿਖੇ ਹੋਈ ਸੰਨ 1631 'ਚ। ਚੌਥੀ ਜੰਗ ਕਰਤਾਰਪੁਰ ਸਾਹਿਬ ਵਿਖੇ ਹੋਈ ਸੰਨ 1634 'ਚ। ਪੰਜਵੀਂ ਜੰਗ ਪਡਿਆਲਾ ਰੋਪੜ ਵਿਖੇ ਹੋਈ ਸੰਨ 1635 ਨੂੰ। ਤੇ 5 ਜੰਗਾਂ ਯੁੱਧਾਂ ਦੇ ਵਿੱਚ ਗੁਰੂ ਸਾਹਿਬ ਤੇ ਉਹਨਾਂ ਦੇ ਸਿੱਖਾਂ ਦੀ ਜਿੱਤ ਪ੍ਰਾਪਤ ਹੋਈ, ਜਿਸ ਨੇ ਦੁਨੀਆ ਵਿੱਚ ਸਿੱਖਾਂ ਨੂੰ ਸਵੈਮਾਨ ਨਾਲ ਜੀਣ ਦਾ ਰਾਹ ਦੱਸਿਆ। ਸਾਧ ਸੰਗਤ ਜੀ, ਇਹਨਾਂ ਜੰਗਾਂ ਯੁੱਧਾਂ ਦਾ ਵਿਵਰਣ ਕਰਦਿਆਂ, ਇਤਿਹਾਸ ਦਾ ਵਿਵਰਣ ਕਰਦਿਆਂ ਦਾਸ ਤੋਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਬੋਲਦਿਆਂ ਅਨੇਕਾਂ ਕਤਾਈਆਂ ਹੋ ਗਈਆਂ ਹੋਣਗੀਆਂ। ਉਹਨਾਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਜੇ ਆਪ ਜੀ ਨੂੰ ਇਹ ਵਿਵਰਣ ਚੰਗੇ ਲੱਗੇ ਹਨ, ਜੇ ਵੇਰਵੇ ਚੰਗੇ ਲੱਗੇ ਹਨ, ਜੇ ਇਹ ਜਾਣਕਾਰੀ ਚੰਗੀ ਲੱਗੀ ਹੈ ਤਾਂ ਇਹਨਾਂ ਨੂੰ ਪਸੰਦ ਕਰਿਓ, ਹੋਰ ਅੱਗੇ ਸਾਂਝਿਆ ਕਰਿਓ ਤੇ ਆਪਣੇ ਇਸ YouTube ਚੈਨਲ ਸਿਰੜ ਨਿਸ਼ਾਨੇ ਨੂੰ ਸਬਸਕ੍ਰਾਈਬ ਕਰਿਓ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਦਸ਼ਮੇਸ਼ ਪਿਤਾ ਜੀ ਦੀਆਂ ਸਾਰੀਆਂ ਜੰਗਾਂ ਯੁੱਧਾਂ ਦਾ ਵਿਸਥਾਰ ਆਪ ਜੀ ਕੋਲ ਆਪਣੇ ਆਪ ਪਹੁੰਚਦਾ ਰਹੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।